ਹੈਲੋ ਸਟੂਡੈਂਟਸ, ਵੈਲਕਮ ਟੂ ਦਾ ਪੋਲੀਟੀਕਲ ਕਨਸੈਪਟ। ਅੱਜ ਅਸੀਂ ਪੜਾਂਗੇ ਦਾ ਕਨਸੈਪਟ ਆਫ ਜਸਟਿਸ। ਜਸਟਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਨਿਆਂ ਕਹਿੰਦੇ ਹਾਂ ਤੇ ਇਸ ਦਾ ਮਤਲਬ ਹੈ ਫੇਅਰਨੈਸ, ਰਾਈਟਨੈਸ, ਕਿ ਕੀ ਸਾਡੇ ਲਈ ਮੋਰਲੀ ਕਰੈਕਟ ਹੈ ਤੇ ਕੀ ਇਨਕਰੈਕਟ ਹੈ। ਇਸ ਕਨਸੈਪਟ ਦੇ ਵਿੱਚ ਅਸੀਂ ਜਸਟਿਸ ਦੀਆਂ ਕਿੰਨੀਆਂ ਕਿਸਮਾਂ ਨੇ, ਇਸ ਦੇ ਰਿਲੇਟਡ ਕੀ ਥਿਊਰੀਜ਼ ਰਚੀਆਂ ਗਈਆਂ ਤੇ ਕਿਹਨਾਂ ਥਿੰਕਰਸ ਨੇ ਆਪਣੇ ਥਾਟ ਇਸ ਦੇ ਲਈ ਦਿੱਤੇ ਤੇ ਜਸਟਿਸ ਦੀ ਜੋ ਮੇਨ ਥਿਊਰੀ ਆ ਉਹ ਜੌਨ ਰੌਲਸ ਨੇ ਪੇਸ਼ ਕੀਤੀ ਹੈ, ਉਸ ਨੂੰ ਵੀ ਅਸੀਂ ਥੋਰੋਲੀ ਪੜਾਂਗੇ। ਸੋ ਜਸਟਿਸ ਦੇ ਕਨਸੈਪਟ ਦੇ ਵਿੱਚ ਸਾਨੂੰ ਰਾਈਟ ਐਂਡ ਰੋਂਗ ਦੇ ਵਿੱਚ ਕੀ ਫਰਕ ਹੈ ਇਹ ਵੇਖਣ ਨੂੰ ਮਿਲਦਾ ਹੈ, ਜਦ ਕਿ ਗੁੱਡ ਐਂਡ ਬੈਡ ਦੇ ਵਿੱਚ ਕੀ ਫਰਕ ਹੈ ਇਹ ਕਲੀਅਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਕਨਸੈਪਟ ਦੇ ਵਿੱਚ ਸਾਨੂੰ ਦੋ ਪ੍ਰੋਸੈਸ ਵੇਖਣ ਨੂੰ ਮਿਲਦੇ ਨੇ, ਇੱਕ ਹੈ ਕੰਟੀਨਿਊਮ ਤੇ ਸੈਕਿੰਡ ਹੈ ਡਾਇਕਟੋਮੀ। ਕੰਟੀਨਿਊਮ ਨੂੰ ਅਸੀਂ ਪੰਜਾਬੀ ਦੇ ਵਿੱਚ ਨਿਰੰਤਰਤਾ ਤੇ ਡਾਇਕਟੋਮੀ ਨੂੰ ਅਸੀਂ ਦੁਵਿਧਾ ਕਹਿੰਦੇ ਹਾਂ। ਕੰਟੀਨਿਊਮ ਦੇ ਵਿੱਚ ਬੈਡ ਐਂਡ ਗੁੱਡ ਦਾ ਜੋ ਪ੍ਰੋਸੈਸ ਹੈ ਇਹ ਕੰਟੀਨਿਊਸਲੀ ਚੱਲਦਾ ਰਹਿੰਦਾ ਹੈ। ਜਿਵੇਂ ਕਿ ਇੱਕ ਵਿਅਕਤੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਿਰਫ ਚੰਗਾ ਹੈ ਜਾਂ ਇਹ ਸਿਰਫ ਮਾੜਾ ਹੈ, ਇਸ ਦੇ ਵਿੱਚ ਜੋ ਚੰਗਾ ਹੈ ਉਸ ਦੇ ਵਿੱਚ ਬੁਰਾਈ ਨਹੀਂ ਹੈ ਜਾਂ ਜੋ ਮਾੜਾ ਹੈ ਉਸ ਦੇ ਵਿੱਚ ਚੰਗਿਆਈ ਨਹੀਂ ਹੈ। ਐਵੇਂ ਨਹੀਂ ਹੋ ਸਕਦਾ ਤੇ ਨਾ ਹੀ ਐਵੇਂ ਹੁੰਦਾ ਹੈ, ਬਿਕੋਜ਼ ਇੱਕ ਵਿਅਕਤੀ ਦੇ ਵਿੱਚ ਨੇਚਰ ਨੇ ਬੈਡ ਐਂਡ ਗੁੱਡ ਹੈਬਿਟਸ ਦੋਵੇਂ ਇਕੁਅਲੀ ਇਨਕਲੂਡ ਕੀਤੀਆਂ ਨੇ। ਹਾਂ, ਇਹ ਹੋ ਸਕਦਾ ਹੈ ਕਿ ਕੋਈ ਵਿਅਕਤੀ ਘੱਟ ਚੰਗਾ ਹੈ ਜਾਂ ਉਸ ਦੇ ਵਿੱਚ ਬੁਰਾਈਆਂ ਜ਼ਿਆਦਾ ਨੇ ਜਾਂ ਫਿਰ ਉਹ ਜ਼ਿਆਦਾ ਮਾੜਾ ਹੈ, ਉਸ ਦੇ ਵਿੱਚ ਚੰਗਿਆਈਆਂ ਘੱਟ ਨੇ। ਇਟਸ ਪਾਰਟਲੀ ਗੁੱਡ ਐਂਡ ਪਾਰਟਲੀ ਬੈਡ ਤੇ ਇਹ ਪ੍ਰੋਸੈਸ ਹੈ ਜੋ ਕੰਟੀਨਿਊਸਲੀ ਚੱਲਦਾ ਰਹਿੰਦਾ ਹੈ। ਪਰ ਜੋ ਡਾਇਕਟੋਮੀ ਦਾ ਪ੍ਰੋਸੈਸ ਹੈ ਉਹ ਕੰਟੀਨਿਊਮ ਤੋਂ ਬਿਲਕੁਲ ਹੀ ਓਪੋਜ਼ਿਟ ਹੈ, ਬਿਕੋਜ਼ ਇਸ ਦੇ ਵਿੱਚ ਰੋਂਗ ਐਂਡ ਰਾਈਟ ਦੀ ਗੱਲ ਕੀਤੀ ਜਾਂਦੀ ਹੈ। ਇਹ ਇੱਕ ਕੁਆਲਿਟੇਟਿਵ ਫਰਕ ਹੈ, ਜਦ ਕਿ ਕੰਟੀਨਿਊਮ ਦਾ ਜੋ ਪ੍ਰੋਸੈਸ ਹੈ ਇਸ ਦੇ ਵਿੱਚ ਕੁਆਂਟੀਟੇਟਿਵ ਡਿਫਰੈਂਸਿਸ ਦੀ ਗੱਲ ਕੀਤੀ ਜਾਂਦੀ ਹੈ, ਜਿਸ ਦੇ ਨਾਲ ਕਿ ਯੂਟਿਲਿਟੈਰੀਅਨਿਜ਼ਮ ਦਾ ਕਨਸੈਪਟ ਹੈ ਜੋ ਡੀਲ ਕਰਦਾ ਹੈ ਤੇ ਇਸ ਦੇ ਮੇਨ ਐਕਸਪੋਨੈਂਟ ਨੇ ਬੈਂਥਮ। ਡਾਇਕਟੋਮੀ ਦੇ ਵਿੱਚ ਬਿਲਕੁਲ ਹੀ ਓਪੋਜ਼ਿਟ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ ਨਦੀ ਦੇ ਦੋ ਕਿਨਾਰੇ, ਇਸ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ। ਜਿਵੇਂ ਕਿ ਇੱਕ ਵਿਅਕਤੀ ਦੇ ਵਿੱਚ ਚੰਗਿਆਈਆਂ ਤੇ ਬੁਰਾਈਆਂ ਦੋਵੇਂ ਹੁੰਦੀਆਂ ਨੇ ਤੇ ਇਹੀ ਇੱਕ ਕੰਟੀਨਿਊਮ ਦਾ ਪ੍ਰੋਸੈਸ ਹੈ। ਬਟ ਰੋਂਗ ਤੇ ਰਾਈਟ ਦਾ ਇੱਕ ਓਪੋਜ਼ਿਟ ਕਨੈਕਸ਼ਨ ਇਹ ਹੈ, ਜਿਵੇਂ ਕਿ ਸੱਚ ਤੇ ਝੂਠ, ਇਹ ਸੱਚ ਹੁੰਦਾ ਤੇ ਝੂਠ ਹੁੰਦਾ ਹੈ, ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਤੇ ਇਹੀ ਹੈ ਡਾਇਕਟੋਮੀ ਦਾ ਪ੍ਰੋਸੈਸ। ਯੂਟਿਲਿਟੈਰੀਅਨਿਜ਼ਮ ਦਾ ਮਤਲਬ ਹੈ ਬੈਲੈਂਸਿੰਗ ਬਿਟਵੀਨ ਕੁਆਂਟਿਟੀ ਆਫ ਪਲੇਜ਼ਰ ਪੇਨ, ਤੇ ਇਸ ਦੇ ਵਿੱਚ ਹੀ ਗੱਲ ਹੁੰਦੀ ਹੈ ਗੁੱਡ ਤੇ ਬੈਡ ਦੀ, ਕਿ ਕਿੰਨਾ ਵਿਅਕਤੀ ਕੋਈ ਵੀ ਵਿਅਕਤੀ ਹੈ ਜਦੋਂ ਉਹ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸਨੂੰ ਪਤਾ ਹੈ ਕਿ ਇਸ ਦੇ ਰਿਜ਼ਲਟਸ ਚੰਗੇ ਆਣੇ ਤੇ ਇਸ ਦੇ ਨਾਲ ਸਾਨੂੰ ਖੁਸ਼ੀ ਹੋਣੀ ਹੈ। ਤੇ ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ ਉਸਦੇ ਦਿਲ ਤੇ ਦਿਮਾਗ ਨੂੰ ਇਹ ਪਤਾ ਹੁੰਦਾ ਹੈ ਕਿ ਇਹ ਕੰਮ ਸਹੀ ਨਹੀਂ ਹੈ ਤੇ ਇਸ ਦੇ ਨਾਲ ਪੇਨ ਹੀ ਆਣਾ ਹੈ, ਤੇ ਇਹੀ ਹੈ ਪਲੇਜ਼ਰ ਪੇਨ ਦੀ ਥਿਊਰੀ। ਤੇ ਬਟ ਜੋ JS ਮਿਲ ਨੇ ਉਹ ਕੁਆਲਿਟੇਟਿਵ ਡਿਫਰੈਂਸਿਸ ਦੀ ਗੱਲ ਕਰਦੇ ਨੇ, ਉਸ ਦੇ ਵਿੱਚ ਰਾਈਟ ਐਂਡ ਰੋਂਗ ਦੀ ਗੱਲ ਕੀਤੀ ਜਾਂਦੀ ਹੈ, ਇਸੇ ਲਈ ਉਹ ਸੈਲਫ ਰਿਗਾਰਡਿੰਗ ਐਂਡ ਅਦਰ ਰਿਗਾਰਡਿੰਗ ਐਕਸ਼ਨਸ ਦੀ ਗੱਲ ਕਰਦੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਥਿੰਕਰਸ ਆਪਣੀਆਂ ਥਿਊਰੀਜ਼ ਦਿੰਦੇ ਨੇ ਜਸਟਿਸ ਨੂੰ ਲੈ ਕੇ। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਪਲੈਟੋ ਦੀ ਥਿਊਰੀ। ਪਲੈਟੋ ਪ੍ਰਿਸਕ੍ਰਾਈਬਸ ਡਿਫਰੈਂਟ ਡਿਊਟੀਜ਼ ਫॉर ਡਿਫਰੈਂਟ ਕਲਾਸਿਸ ਆਫ ਸਿਟੀਜ਼ਨਸ। ਪਲੈਟੋ ਕਹਿੰਦਾ ਹੈ ਕਿ ਅਲੱਗ-ਅਲੱਗ ਕਲਾਸਿਸ ਦੇ ਸਿਟੀਜ਼ਨ ਨੂੰ ਉਹਨਾਂ ਦੇ ਅਲੱਗ-ਅਲੱਗ ਕੰਮ ਪਾਰਟਿਕੂਲਰ ਦੇ ਦਿਓ, ਇੱਕ ਦੂਜੇ ਦੇ ਕੰਮ ਦੇ ਵਿੱਚ ਇੰਟਰਫੇਅਰ ਉਹ ਨਾ ਕਰਨ, ਇਹੀ ਜਸਟਿਸ ਹੈ। ਇਸ ਤੋਂ ਪਹਿਲਾਂ ਉਹ ਆਪਣੇ ਟਾਈਮ ਦੇ ਵਿੱਚ 3 ਥਿੰਕਰਸ ਨੂੰ ਪੁੱਛਦਾ ਹੈ ਕਿ ਜਸਟਿਸ ਕੀ ਹੈ। ਇਹ 3 ਥਿੰਕਰਸ ਨੇ ਕੈਪਲਸ, ਪੋਲੀਮੈਕਸ ਐਂਡ ਟ੍ਰੈਸੀਮੈਕਸ। ਪਲੈਟੋ ਜਸਟਿਸ ਦੇ ਲਈ ਡਿਕੈਸਨ ਵਰਡ ਯੂਜ਼ ਕਰਦਾ ਹੈ, ਇਹ ਬਹੁਤ ਜ਼ਿਆਦਾ ਨੇੜੇ ਹੈ ਮੋਰੈਲਿਟੀ ਸ਼ਬਦ ਦੇ। ਤੇ ਪਲੈਟੋ ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਦੂਜੇ ਵਿਅਕਤੀ ਦੇ ਕੰਮ ਦੇ ਵਿੱਚ ਇੰਟਰਫੇਅਰੈਂਸ ਨਾ ਕਰੇ, ਇਹੀ ਜਸਟਿਸ ਹੈ। ਤੇ ਹਰ ਇੱਕ ਵਿਅਕਤੀ ਕੋਲ ਆਪਣੇ ਕੰਮ ਦੇ ਵਿੱਚ ਪੂਰਨ ਮਤਲਬ ਸਕਿੱਲ ਹੋਵੇ, ਫੰਕਸ਼ਨਲ ਸਪੈਸ਼ਲਾਈਜੇਸ਼ਨ ਦੀ ਇੱਥੇ ਉਹ ਗੱਲ ਕਰਦਾ ਹੈ ਤੇ ਹਾਰਮਨੀ ਦੀ ਗੱਲ ਕਰਦਾ ਹੈ। ਇਹ 3 ਪੁਆਇੰਟਸ ਨੇ ਜਾਂ 3 ਪ੍ਰਿੰਸੀਪਲਸ ਕਹਿ ਲਓ ਜੋ ਪਲੈਟੋ ਹੈ ਆਪਣੀ ਜਸਟਿਸ ਦੀ ਥਿਊਰੀ ਦੇ ਵਿੱਚ ਦਿੰਦਾ ਹੈ। ਤੇ ਇਸੇ ਤਰ੍ਹਾਂ ਹਿੰਦੂ ਕਾਸਟ ਸਿਸਟਮ ਦੇ ਵਿੱਚ ਵੀ ਕੰਮਾਂ ਨੂੰ ਲੈ ਕੇ ਇਸੇ ਤਰ੍ਹਾਂ 3 ਪਾਰਟਸ ਦੇ ਵਿੱਚ ਡਿਵੀਜ਼ਨ ਕੀਤੀ ਜਾਂਦੀ ਹੈ। ਤੇ ਪਲੈਟੋ ਤੋਂ ਬਾਅਦ ਅਰਿਸਟੋਟਲ ਆਪਣੀ ਜਸਟਿਸ ਦੀ ਥਿਊਰੀ ਦਿੰਦਾ ਹੈ।
ਜਿਸ ਤਰ੍ਹਾਂ ਪਲੈਟੋ ਆਪਣੀ ਥਿਊਰੀ ਜਸਟਿਸ ਦੇ ਵਿੱਚ ਰੈਡੀਕਲ ਵਿਊ ਦਿੰਦਾ ਹੈ, ਇਸੇ ਤਰ੍ਹਾਂ ਅਰਿਸਟੋਟਲ ਆਪਣੀ ਥਿਊਰੀ ਜਸਟਿਸ ਦੇ ਵਿੱਚ ਕੰਜ਼ਰਵੇਟਿਵ ਵਿਊ ਦਿੰਦਾ ਹੈ ਤੇ ਕਹਿੰਦਾ ਹੈ ਜਸਟਿਸ ਵਾਜ਼ ਕੰਸਰਨਡ ਵਿਦ ਦ ਰੈਗੂਲੇਸ਼ਨ ਆਫ ਹਿਊਮਨ ਰਿਲੇਸ਼ਨਸ। ਤੇ ਇਸੇ ਤਰ੍ਹਾਂ ਅਰਿਸਟੋਟਲ ਆਇਡੈਂਟੀਫਾਈਡ 3 ਟਾਈਪਸ ਆਫ ਜਸਟਿਸ। ਫਰਸਟ ਇਜ਼ ਡਿਸਟ੍ਰੀਬਿਊਟਿਵ ਜਸਟਿਸ, ਰੈਟਰੀਬਿਊਟਿਵ ਐਂਡ ਕਿਊਮੂਟੇਟਿਵ ਜਸਟਿਸ। ਡਿਸਟ੍ਰੀਬਿਊਟਿਵ ਜਸਟਿਸ ਦੇ ਵਿੱਚ ਉਹ ਲੈਜਿਸਲੇਚਰ ਦੀ ਵੀ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਟ੍ਰੀਟਿੰਗ ਇਕੁਅਲਸ ਇਕੁਅਲੀ ਐਂਡ ਅਨਇਕੁਅਲਸ ਅਨਇਕੁਅਲੀ। ਰੈਟਰੀਬਿਊਟਿਵ ਐਂਡ ਕਿਊਮੂਟੇਟਿਵ ਜਸਟਿਸ ਦੇ ਵਿੱਚ ਉਹ ਪਨਿਸ਼ਮੈਂਟ ਦੀ ਗੱਲ ਕਰਦਾ ਹੈ, ਪੇਮੈਂਟ ਆਫ ਡੈਮੇਜਸ ਦੀ ਗੱਲ ਕਰਦਾ ਹੈ। ਇਸ ਦੇ ਵਿੱਚ ਜੱਜਿਸ ਇਨਕਲੂਡ ਹੁੰਦੇ ਨੇ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਦ ਟਾਈਪਸ ਆਫ ਜਸਟਿਸ। ਸਭ ਤੋਂ ਪਹਿਲਾਂ ਲੀਗਲ ਜਸਟਿਸ। ਇਸ ਦੇ ਵਿੱਚ ਸਾਨੂੰ 2 ਤਰ੍ਹਾਂ ਦੀਆਂ ਧਾਰਨਾਵਾਂ ਵੇਖਣ ਨੂੰ ਮਿਲਦੀਆਂ ਨੇ, ਜਿਵੇਂ ਕਿ ਫਸਟ ਹੈ ਜਸਟਿਸ ਅਕੋਰਡਿੰਗ ਟੂ ਲਾਅ ਤੇ ਸੈਕਿੰਡ ਹੈ ਲਾਅ ਅਕੋਰਡਿੰਗ ਟੂ ਜਸਟਿਸ। ਇਸ ਦੇ ਰਿਲੇਟਡ ਬਹੁਤ ਸਾਰੇ ਥਿੰਕਰਸ ਨੇ ਆਪਣੇ ਆਪਣੇ ਵਿਊਜ਼ ਦੇਣ ਲਈ ਰਾਈਟਿੰਗਸ ਲਿਖੀਆਂ, ਜਿਵੇਂ ਕਿ ਫਸਟ ਹੈ ਅਲਫ ਰੋਜ਼ ਦੀ ਰਾਈਟਿੰਗ ਹੈ ਔਨ ਲਾਅ ਐਂਡ ਜਸਟਿਸ 1958 ਦੇ ਵਿੱਚ, ਤੇ ਸੈਕਿੰਡ ਹੈ ਮੌਰਿਸ ਗਿੰਜ਼ਬਰਗ ਔਨ ਜਸਟਿਸ ਇਨ ਸੁਸਾਇਟੀ 1965 ਦੇ ਵਿੱਚ। ਜੋ ਬਾਰਕਰ ਹੈ ਉਹ ਪੋਜ਼ੀਟਿਵ ਲਾਅ ਐਂਡ ਨੈਚੁਰਲ ਲਾਅ ਦੇ ਵਿੱਚ ਡਿਫਰੈਂਸ਼ੀਏਟ ਕ੍ਰੀਏਟ ਕਰਦਾ ਹੈ ਤੇ ਉਸ ਨੂੰ ਕਲੀਅਰ ਕਰਦਾ ਹੈ, ਤੇ ਉਹ ਲਾਅ ਅਕੋਰਡਿੰਗ ਟੂ ਜਸਟਿਸ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਇਸ ਨੂੰ ਸਪੋਰਟ ਕਰਦਾ ਹੈ। ਜੋ ਨੈਚੁਰਲ ਲਾਅ ਹੈ ਉਹ ਇੱਕ ਯੂਨੀਵਰਸਲ ਟਰੁੱਥ ਹੈ, ਯੂਨੀਵਰਸਲ ਪ੍ਰਿੰਸੀਪਲ ਹੈ। ਜੋ ਰੋਜ਼ ਹੈ ਉਹ ਕਹਿੰਦਾ ਹੈ ਲੀਗਲ ਜਸਟਿਸ ਦੀ ਗੱਲ ਕਰਦਾ ਹੈ। ਤੇ ਇਸੇ ਤਰ੍ਹਾਂ ਅੱਗੇ ਆਪਾਂ ਗੱਲ ਕਰਦੇ ਹਾਂ ਪੋਲੀਟੀਕਲ ਜਸਟਿਸ ਦੀ। ਇਸ ਦੇ ਵਿੱਚ ਵਿਲੀਅਮ ਗੁਡਵਿਨ, ਉਸਦੀ ਇੱਕ ਬੁੱਕ ਹੈ ਐਸੇ ਔਨ ਪ੍ਰੋਪਰਟੀ 1973 ਦੇ ਵਿੱਚ ਪਬਲਿਸ਼ ਹੁੰਦੀ ਹੈ, ਤੇ ਇਸ ਦੇ ਵਿੱਚੋਂ ਪਹਿਲੀ ਵਾਰ ਪੋਲੀਟੀਕਲ ਜਸਟਿਸ ਟਰਮ ਯੂਜ਼ ਕਰਦਾ ਹੈ। And it is a transformation of political institutions, political process and political rights. A constitutional government is also an essential ingredient of political justice in this sense. इसका मतलब है कि पॉलिटिकल जस्टिस ਦੇ ਲਈ जो कॉन्स्टिट्यूशनल गवर्नमेंट है वो बहुत ज़्यादा ज़रूरी इंग्रेडिएंट है, बहुत ज़्यादा ज़रूरी है। बिकॉज अगर कॉन्स्टिट्यूशन होएगा उसਦੇ ਵਿੱਚ ਪੋਲੀਟੀਕਲ ਜਸਟਿਸ ਜਾਂ ਪੋਲੀਟੀਕਲ ਰਾਈਟਸ ਲਿਖੇ ਹੋਣਗੇ, ਇਸੇ ਨਾਲ ਹੀ ਪੋਲੀਟੀਕਲ ਜਸਟਿਸ ਨੂੰ ਇਲੈਬੋਰੇਟ ਕੀਤਾ ਜਾ ਸਕਦਾ ਹੈ, ਅਪਲਾਈ ਕੀਤਾ ਜਾ ਸਕਦਾ ਹੈ। ਤੇ ਪੋਲੀਟੀਕਲ ਜਸਟਿਸ ਹੀ ਗਰੰਟੀ ਦਿੰਦਾ ਹੈ, ਫੁੱਲ ਗਰੰਟੀ ਦਿੰਦਾ ਹੈ ਲਿਬਰਟੀ ਆਫ ਥਾਟ ਐਂਡ ਐਕਸਪ੍ਰੈਸ਼ਨਸ ਦੀ। ਫਿਰ ਗੱਲ ਹੁੰਦੀ ਹੈ ਸੋਸ਼ੋ ਇਕਨੋਮਿਕ ਜਸਟਿਸ ਦੀ, ਜਿਸ ਨੂੰ ਆਪਾਂ ਸੋਸ਼ਲ ਜਸਟਿਸ ਤੇ ਇਕਨੋਮਿਕ ਜਸਟਿਸ ਕਹਿੰਦੇ ਹਾਂ। ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਪ੍ਰੈਂਬਲ DPSP ਪ੍ਰਮੋਟਡ ਇਕਨੋਮਿਕ ਐਂਡ ਸੋਸ਼ਲ ਪੋਲੀਟੀਕਲ ਜਸਟਿਸ। ਜੋ ਭਾਰਤੀ ਸੰਵਿਧਾਨ ਹੈ ਉਸ ਦੇ ਵਿੱਚ ਪ੍ਰੈਂਬਲ ਤੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੇ ਉਹ ਸੋਸ਼ਲ ਤੇ ਇਕਨੋਮਿਕ ਜਸਟਿਸ ਨੂੰ ਹੀ ਪ੍ਰਮੋਟ ਕਰਦੇ ਨੇ। ਤੇ ਉਸ ਤੋਂ ਬਾਅਦ ਗੱਲ ਹੁੰਦੀ ਹੈ ਪ੍ਰੋਸੀਜਰਲ ਜਸਟਿਸ। ਇਸ ਦੇ ਵਿੱਚ ਕਾਸਟ, ਕਲਰ, ਸੈਕਸ, ਰੇਸ ਜਾਂ ਰਿਲੀਜਨ ਨੂੰ ਲੈ ਕੇ ਜੋ ਭੇਦਭਾਵ ਹੈ ਉਸ ਨੂੰ ਖਤਮ ਕਰਨ ਦੀ ਗੱਲ ਹੁੰਦੀ ਹੈ। ਇਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਐਕਸਪੋਨੈਂਟਸ ਨੇ, ਜਿਵੇਂ ਕਿ ਹਰਬਰਟ ਸਪੈਂਸਰ, ਹਾਈਕ, ਮਿਲਟਨ ਫਰਾਈਡਮੈਨ ਐਂਡ ਨੋਜ਼ਿਕ। ਤੇ ਫਿਰ ਡੇਵਿਡ ਮਿਲਰ ਹੈ ਜੋ ਉਸਦੀ ਇੱਕ ਬੁੱਕ ਹੈ ਸੋਸ਼ਲ ਜਸਟਿਸ 1976 ਦੇ ਵਿੱਚ ਲਿਖੀ ਗਈ ਸੀ, ਜੋ ਇਸ ਦੇ ਵਿੱਚੋਂ ਸੋਸ਼ਲ ਜਸਟਿਸ ਦੀਆਂ ਪ੍ਰੋਬਲਮਸ ਨੂੰ ਡਿਸਕ੍ਰਾਈਬ ਕਰਦਾ ਹੈ।